ਸਟਾਰਟ। ਕੋਵਿਡ ਕਾਰਨ ਬੜੀਆਂ ਔਕੜਾਂ ਭਰਿਆ ਸਾਲ ਗੁਜ਼ਰ ਜਾਣ ਤੋਂ ਬਾਅਦ ਮਸਾਂ ਹੀ ਭਾਰਤ ਮੁੜ ਪਟੜੀ 'ਤੇ ਆ ਰਿਹਾ ਸੀ। ਡੰਡੀ ਜਿਵੇਂ IMF ਨੇ ਭਾਰਤ ਦੀ ਅਰਥ ਵਿਵਸਥਾ ਦੇ ਸੁਧਰਨ ਅਤੇ ਭਵਿੱਖ ਵਿੱਚ ਵਿਕਾਸ ਕਰਨ ਬਾਰੇ ਵਿਸ਼ਵਾਸ ਜਤਾਇਆ ਸੀ, ਉਸੇ ਤਰ੍ਹਾਂ ਹਰ ਭਾਰਤੀ ਵੀ ਆਪਣੀ ਜ਼ਿੰਦਗੀ ਦੇ ਬਿਹਤਰ ਹੋਣ ਦੇ ਦੁਬਾਰਾ ਵਿਸ਼ਵਾਸ ਜਤਾ ਰਿਹਾ ਸੀ। ਡੰਡੀ ਵਿਆਹ ਸ਼ਾਦੀਆਂ ਅਤੇ ਸੈਰ ਸਪਾਟੇ ਫਿਰ ਤੋਂ ਜ਼ੋਰ ਫੜ ਰਹੇ ਸਨ, ਪਰ ਨਾਲ ਹੀ ਬੱਚਿਆਂ ਦੇ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਵੀ ਹੋ ਰਹੀਆਂ ਸਨ। ਡੰਡੀ ਕੋਵਿਡ ਮਹਾਂਮਾਰੀ ਦੀ ਸਭ ਤੋਂ ਵੱਡੀ ਕੀਮਤ ਬੱਚਿਆਂ ਨੇ ਚੁਕਾਈ ਹੈ। ਡੰਡੀ ਪਿਛਲੇ ਸਾਲ ਵੀ ਇਸੇ ਮਹੀਨੇ ਤਾਲਾਬੰਦੀ ਤੋਂ ਬਾਅਦ ਬੱਚੇ ਆਪਣੇ ਬੋਰਡ ਦੇ ਇਮਤਿਹਾਨਾਂ ਲਈ ਦੁਬਿਧਾ ਵਿੱਚ ਪੈ ਗਏ ਸਨ ਅਤੇ ਇਸ ਸਾਲ ਵੀ ਉਹ ਉਸੇ ਕਸ਼ਮਕਸ਼ 'ਚੋਂ ਗੁਜ਼ਰ ਰਹੇ ਹਨ। ਡੰਡੀ ਅਸੀਂ ਬੱਚਿਆਂ ਨੂੰ ਡਰਾਇਆ ਵੀ ਇੰਨਾ ਜ਼ਿਆਦਾ ਹੈ ਕਿ ਉਹ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਡੰਡੀ ਅਜੇ ਤਾਂ ਉਹਨਾਂ ਲਈ ਵੱਖਰੀ ਵੈਕਸੀਨ ਵੀ ਤਿਆਰ ਨਹੀਂ ਹੋਈ। ਡੰਡੀ ਜਿਹੜਾ ਖੌਫ ਇਸ ਨਾਜ਼ੁਕ ਉਮਰ ਵਿੱਚ ਬੱਚਿਆਂ ਦੇ ਮਨਾਂ ਵਿੱਚ ਬੈਠ ਗਿਆ ਹੈ, ਉਸ ਨੂੰ ਬਾਹਰ ਕੱਢਣ ਵਿੱਚ ਬਹੁਤ ਸਮਾਂ ਲੱਗੇਗਾ। ਡੰਡੀ ਇੱਕ ਉਮੀਦ ਦੀ ਕਿਰਨ ਜ਼ਰੂਰ ਜਾਗੀ ਸੀ, ਪਰ ਇੱਕ ਵਾਰ ਫਿਰ ਕੋਵਿਡ ਮਹਾਂਮਾਰੀ ਨੇ ਇਨਸਾਨ ਨੂੰ ਵਿਖਾ ਦਿੱਤਾ ਹੈ ਕਿ ਉਸ ਦੀ ਤਾਕਤ ਕਿੰਨੀ ਜ਼ਿਆਦਾ ਹੈ। ਡੰਡੀ ਭਾਰਤ ਵੈਕਸੀਨ ਲਗਾਉਣ ਦੀ ਤਿਆਰੀ ਕਰ ਰਿਹਾ ਸੀ, ਪਰ ਉਸ ਦੀ ਚਾਲ ਕਾਫੀ ਧੀਮੀ ਸੀ, ਕਿਉਂਕਿ ਲੋਕਾਂ ਨੂੰ ਜਾਪਦਾ ਸੀ ਕਿ ਉਹਨਾਂ ਨੂੰ ਤਾਂ ਕਰੋਨਾ ਹੋਇਆ ਹੀ ਨਹੀਂ, ਤਾਂ ਫਿਰ ਉਹ ਅਜਿਹਾ ਟੀਕਾ ਕਿਉਂ ਲਗਵਾਉਣ ਜਿਸ ਬਾਰੇ ਕੁਝ ਖਾਸ ਪਤਾ ਹੀ ਨਹੀਂ। ਪ੍ਰਸ਼ਨ ਚਿੰਨ੍ਹ। ਮਾਹਰ ਅੱਜ ਵੀ ਇਸ 'ਤੇ ਦੋ ਰਾਏ ਪ੍ਰਗਟ ਕਰ ਰਹੇ ਹਨ। ਡੰਡੀ ਵੈਕਸੀਨ ਜਦ ਭਾਰਤ ਵਿੱਚ ਤੇਜ਼ੀ ਨਾਲ ਨਹੀਂ ਸੀ ਲੱਗ ਰਹੀ, ਤਾਂ ਭਾਰਤ ਸਰਕਾਰ ਵੱਲੋਂ ਇਸ ਨੂੰ ਬਾਕੀ ਦੇਸ਼ਾਂ ਦੀ ਵਰਤੋਂ ਲਈ ਭੇਜ ਦਿੱਤਾ ਗਿਆ। ਡੰਡੀ ਪਰ ਹੁਣ ਜਿਸ ਤਰ੍ਹਾਂ ਇੱਕ ਦਿਨ ਵਿੱਚ ਤਕਰੀਬਨ 1,26,000 ਨਵੇਂ ਮਰੀਜ਼ ਆਉਣ ਲੱਗ ਪਏ ਹਨ, ਜਾਪਦਾ ਇਹੀ ਹੈ ਕਿ ਇਸ ਵਾਰ ਮਹਾਂਮਾਰੀ ਵੱਡਾ ਨੁਕਸਾਨ ਕਰੇਗੀ। ਡੰਡੀ ਇਸ ਵਾਰ ਕਰੋਨਾ ਮਹਾਂਮਾਰੀ ਦੇ ਨਵੇਂ ਰੂਪ ਜੋ ਦੱਖਣੀ ਅਫਰੀਕਾ ਅਤੇ ਇੰਗਲੈਂਡ ਤੋਂ ਆਏ ਹਨ, ਉਹ ਫੈਲਦੇ ਬਹੁਤ ਤੇਜ਼ੀ ਨਾਲ ਹਨ ਅਤੇ ਨਾਲੋਂ ਨਾਲ ਇਹ ਵੀ ਦੱਸ ਰਹੇ ਹਨ ਕਿ ਇਹ ਮਹਾਂਮਾਰੀ ਆਪਣਾ ਰੂਪ ਬਦਲਣ ਦੀ ਜੋ ਤਾਕਤ ਰੱਖਦੀ ਹੈ ਅਤੇ ਵੈਕਸੀਨ ਨੂੰ ਵੀ ਮਾਤ ਦੇ ਸਕਦੀ ਹੈ। ਡੰਡੀ ਖੋਜਾਂ ਤੋਂ ਪਤਾ ਲੱਗ ਰਿਹਾ ਹੈ ਕਿ ਵੈਕਸੀਨ ਦੇ ਕਈ ਟੀਕੇ ਕਰੋਨਾ ਦੇ ਇਸ ਨਵੇਂ ਰੂਪ ਸਾਹਮਣੇ ਕਮਜ਼ੋਰ ਸਾਬਤ ਹੋ ਰਹੇ ਹਨ। ਡੰਡੀ ਜਿਨ੍ਹਾਂ ਨੂੰ ਪਹਿਲਾਂ ਕੋਵਿਡ ਹੋਇਆ ਸੀ, ਉਹਨਾਂ ਨੂੰ ਇਹ ਦੁਬਾਰਾ ਹੋ ਸਕਦਾ ਹੈ ਅਤੇ ਹੋ ਰਿਹਾ ਵੀ ਹੈ। ਡੰਡੀ ਵੈਕਸੀਨ ਕਰੋਨਾ ਦਾ ਅਸਰ ਘਟਾ ਜ਼ਰੂਰ ਸਕਦੀ ਹੈ ਅਤੇ ਇਸ ਨਾਲ ਲੜਨ ਲਈ ਹੁਣ ਦੁਨੀਆ ਨੂੰ ਇਕਮੁੱਠ ਹੋ ਕੇ ਇੱਕ ਵਾਰ ਤਾਂ ਵੈਕਸੀਨ ਨੂੰ ਮੌਕਾ ਦੇਣਾ ਹੀ ਪਵੇਗਾ। ਡੰਡੀ ਜਦ ਇਕਮੁੱਠ ਹੋਣ ਦੀ ਗੱਲ ਹੁੰਦੀ ਹੈ ਤਾਂ ਸਾਡੇ ਸਿਆਸਤਦਾਨ ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਸ਼ੁਰੂ ਕਰ ਦਿੰਦੇ ਹਨ, ਜਦ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਇਸ ਮਹਾਂਮਾਰੀ ਨਾਲ ਲੜਨ ਦੀ ਗੱਲ ਕਰਨ। ਡੰਡੀ ਅੱਜ ਤਕਰੀਬਨ ਹਰ ਸੂਬੇ ਕੋਲ 2-4 ਦਿਨ ਲਈ ਹੀ ਕਰੋਨਾ ਵੈਕਸੀਨ ਰਹਿ ਗਈ ਹੈ ਅਤੇ
ਹੁਣ ਸਰਕਾਰ ਅਤੇ ਵਿਰੋਧੀ ਦਲਾਂ ਵਿੱਚ ਗਰਮਾ ਗਰਮ ਬਹਿਸ ਵੀ ਸ਼ੁਰੂ ਹੋ ਚੁੱਕੀ ਹੈ। ਡੰਡੀ ਸਰਕਾਰਾਂ ਨੂੰ ਸਕੂਲ ਤੇ ਕਾਲਜ ਬੰਦ ਕਰਨ ਦੀ ਕਾਹਲ ਹੈ, ਪਰ ਰੈਲੀਆਂ ਵਿੱਚ ਵੱਡੇ ਇਕੱਠ ਕਰਨ ਵਾਲੇ ਵੀ ਇਹ ਖੁਦ ਹੀ ਹਨ। ਡੰਡੀ ਦੇਸ਼ ਦੇ ਸਿਹਤ ਮੰਤਰੀ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਕੋਵਿਡ ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਦ ਕਿ ਇੱਕ ਖੋਜ ਮੁਤਾਬਕ ਭਾਰੀ ਇਕੱਠ ਦੇ ਬਾਵਜੂਦ ਪੇਂਡੂ ਇਲਾਕੇ ਦੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਹੁਤ ਘੱਟ ਲੋਕਾਂ ਨੂੰ ਕੋਵਿਡ ਹੋ ਰਿਹਾ ਹੈ। ਡੰਡੀ ਇਸ ਨੂੰ ਸਮਝਣ ਤੇ ਖੋਜ ਕਰਕੇ ਬਾਕੀ ਦੇਸ਼ ਵਾਸੀਆਂ ਨੂੰ ਵੀ ਕਿਸਾਨਾਂ ਵਾਲੀ ਜੀਵਨ ਜਾਂਚ ਅਪਣਾਉਣ ਲਈ ਕਹਿਣ ਦੀ ਬਜਾਏ ਕਿਸਾਨਾਂ 'ਤੇ ਝੂਠੇ ਇਲਜ਼ਾਮ ਮੜਨਾ ਸਿਆਸਤਦਾਨਾਂ ਦੀ ਮਜਬੂਰੀ ਬਣ ਗਈ ਹੈ, ਪਰ ਆਮ ਇਨਸਾਨ ਤਾਂ ਕਿਸਾਨ ਤੋਂ ਫਿਰ ਵੀ ਬਹੁਤ ਕੁਝ ਸਿੱਖ ਸਕਦਾ ਹੈ। ਡੰਡੀ ਇਹ ਮਹਾਂਮਾਰੀ ਮੁੱਖ ਤੌਰ 'ਤੇ ਸ਼ਹਿਰੀਆਂ ਦੀ ਬਿਮਾਰੀ ਸਾਬਤ ਹੋ ਰਹੀ ਹੈ। ਡੰਡੀ ਸ਼ਾਇਦ ਅੱਗੇ ਜਾ ਕੇ ਇਹ ਤਸਵੀਰ ਬਦਲ ਜਾਵੇ, ਉਹ ਕੁਦਰਤ ਦੀ ਮਰਜ਼ੀ ਹੈ, ਪਰ ਅੱਜ ਤੱਕ ਜਿਵੇਂ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਕਿਸਾਨ ਬਚੇ ਹੋਏ ਹਨ, ਉਸੇ ਤਰ੍ਹਾਂ ਪਿੰਡਾਂ ਵਿੱਚ ਵੀ ਇਸ ਮਹਾਂਮਾਰੀ ਤੋਂ ਲੋਕ ਕਾਫੀ ਬਚੇ ਹੋਏ ਹਨ। ਡੰਡੀ ਇਹ ਮਹਾਂਮਾਰੀ ਸਾਨੂੰ ਸਾਦਗੀ ਸਿਖਾ ਰਹੀ ਹੈ ਤੇ ਸ਼ਹਿਰੀਆਂ ਅਤੇ ਆਪਣੇ ਆਪ ਨੂੰ ਤਕਨੀਕੀ ਮਾਹਰ ਮੰਨਣ ਵਾਲਿਆਂ ਨੇ ਪਿਛਲੇ ਸਾਲ ਕੁਦਰਤ ਦੇ ਇਸ ਸੁਨੇਹੇ ਨੂੰ ਹੋਰ ਵੀ ਬੁਰੀ ਤਰ੍ਹਾਂ ਵੰਗਾਰਿਆ ਸੀ। ਡੰਡੀ ਪਲਾਸਟਿਕ ਅਤੇ ਲਿਫਾਫਿਆਂ ਦੀ ਵਰਤੋਂ ਨਾਲ ਕੁਦਰਤ ਨੂੰ ਹੋਰ ਵੀ ਚੁਣੌਤੀ ਦਿੱਤੀ। ਡੰਡੀ ਅੱਜ ਦੇ ਅੰਕੜੇ ਦੱਸਦੇ ਹਨ ਕਿ ਕੁਦਰਤ ਨਾਲ ਖੁੱਲ੍ਹੇ ਵਿੱਚ ਰਹਿਣ ਵਾਲੇ ਅਤੇ ਸਾਦਗੀ ਨਾਲ ਜੀਵਨ ਬਤੀਤ ਕਰਨ ਵਾਲੇ ਕਿਸਾਨ ਹੀ ਇਸ ਮਹਾਂਮਾਰੀ ਤੋਂ ਬਚੇ ਹੋਏ ਹਨ। ਡੰਡੀ ਕਿ ਇਹ ਮਹਾਂਮਾਰੀ ਇਨਸਾਨ ਨੂੰ ਕੁਦਰਤ ਦਾ ਸਬਕ ਹੈ ਜੋ ਹੋਰ ਵੀ ਕਠੋਰ ਹੁੰਦਾ ਜਾਵੇਗਾ, ਜਾਂ ਸਿਰਫ ਇੱਕ ਬਿਮਾਰੀ ਹੈ ਜਿਸ 'ਤੇ ਇਨਸਾਨ ਜਿੱਤ ਪਾ ਲਵੇਗਾ। ਡੰਡੀ ਦੁਨੀਆ ਭਰ ਦੀ ਨਜ਼ਰ ਭਾਰਤ ਦੀ ਕਰੋਨਾ ਵੈਕਸੀਨੇਸ਼ਨ ਮੁਹਿੰਮ 'ਤੇ ਹੈ। ਡੰਡੀ ਮਾਹਿਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਟੀਕਾ ਬਿਹਤਰ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਤੇ ਬਿਮਾਰੀ ਫੈਲਣ ਤੋਂ ਰੋਕਣ ਵਿੱਚ ਸਮਰੱਥ ਹੈ। ਡੰਡੀ ਵਿਸ਼ਵ ਭਰ ਦੇ ਵਿਗਿਆਨੀਆਂ ਨੇ ਕੋਵਿਡ-19 ਦੀ ਸੁਰੱਖਿਅਤ ਤੇ ਅਸਰਦਾਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਅਹਿਮ ਯੋਗਦਾਨ ਪਾਇਆ ਹੈ। ਡੰਡੀ ਆਮ ਲੋਕਾਂ ਵਿੱਚ ਇਸ ਨਵੇਂ ਕੋਵਿਡ ਵੈਕਸੀਨ ਨੂੰ ਲੈ ਕੇ ਡਰ ਦਾ ਮਾਹੌਲ ਹੈ, ਪਰ ਜੇਕਰ ਮਾਹਿਰਾਂ ਦੀ ਸੁਣੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਅਜ਼ਮਾਇਸ਼ਾਂ ਸ਼ਰਤਾਂ ਤੇ ਕਸੌਟੀਆਂ ਤੇ ਖਰੀ ਉਤਰਨ ਤੇ ਲਾਇਸੈਂਸ ਹਾਸਲ ਕਰਨ ਵਾਲੀ ਕਰੋਨਾ ਵੈਕਸੀਨ ਦਾ ਟੀਕਾ ਹੀ ਲਗਾਇਆ ਜਾ ਰਿਹਾ ਹੈ। ਡੰਡੀ ਲਾਭਪਾਤਰੀਆਂ ਵੱਲੋਂ ਟੀਕਾਕਰਨ ਸੰਬੰਧੀ ਮਨਜ਼ੂਰੀ ਦੇਣ ਲਈ ਕੋਈ ਵੀ ਫੋਟੋ ਆਧਾਰਿਤ ਸ਼ਨਾਖਤੀ ਕਾਰਡ ਜਿਵੇਂ ਆਧਾਰ ਕਾਰਡ, ਪੈਨ ਕਾਰਡ ਆਦਿ ਕਾਫੀ ਹੋਵੇਗਾ। ਡੰਡੀ ਸਬ ਸੈਂਟਰ ਪੱਧਰ ਤੱਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਡਿਸਪੈਂਸਰੀਆਂ, ਆਯੁਰਵੈਦਿਕ ਤੇ ਹੋਮੋਪੈਥਿਕ ਸਿਹਤ ਸੰਸਥਾਵਾਂ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਸ਼ਾਮਲ ਕਰਕੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ। ਡੰਡੀ ਕੋਵਿਨ ਸਿਸਟਮ ਆਪਣੇ ਡਿਜੀਟਲ ਪਲੇਟਫਾਰਮ ਰਾਹੀਂ ਟੀਕਾ
ਲਗਵਾਉਣ ਦੇ ਇੱਛੁਕ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਕੇ ਟੀਕਾ ਲਗਾਉਣ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਡੰਡੀ ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਡੰਡੀ ਦੂਜੀ ਖੁਰਾਕ ਲੈਣ ਤੋਂ 2 ਹਫ਼ਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਝੂਠੀਆਂ ਅਫਵਾਹਾਂ ਤੇ ਕੂੜ ਪ੍ਰਚਾਰ ਕਾਰਨ ਕਈ ਲੋਕਾਂ ਵਿੱਚ ਬੇਚੈਨੀ ਨਜ਼ਰ ਆ ਰਹੀ ਹੈ। ਡੰਡੀ ਇਸ ਲਈ ਲੋੜ ਹੈ ਇਹਨਾਂ ਗਲਤ ਧਾਰਨਾਵਾਂ ਤੋਂ ਸੁਚੇਤ ਹੋਣ ਦੀ। ਸੁਣੀਆਂ ਸੁਣਾਈਆਂ ਗੱਲਾਂ ਤੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓਜ਼ ਤੇ ਸੁਨੇਹਿਆਂ 'ਤੇ ਵਿਸ਼ਵਾਸ ਨਾ ਕਰਦੇ ਹੋਏ ਸਰਕਾਰੀ ਵੈੱਬਸਾਈਟ, ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਜਾਂ ਸਿਹਤ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ 'ਤੇ ਹੀ ਸੰਪਰਕ ਕਰਕੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਡੰਡੀ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਥੋੜ੍ਹੀ ਘਬਰਾਹਟ, ਬੁਖਾਰ, ਟੀਕੇ ਵਾਲੀ ਜਗ੍ਹਾ 'ਤੇ ਦਰਦ ਜਾਂ ਸੁਸਤੀ ਜਿਹੀ ਵਰਗੇ ਉਲਟ ਪ੍ਰਭਾਵ ਨਜ਼ਰ ਆਏ ਹਨ, ਜਿਸ ਨੂੰ ਸੁਭਾਵਕ ਹੀ ਮੰਨਿਆ ਜਾ ਰਿਹਾ ਹੈ। ਡੰਡੀ ਆਮ ਤੌਰ 'ਤੇ ਇਹ ਵੈਕਸੀਨ ਨੂੰ ਬਣਾਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ, ਪਰ ਭਾਰਤ ਵਿੱਚ ਇੰਨੇ ਘੱਟ ਸਮੇਂ ਵਿੱਚ ਇੱਕ ਨਹੀਂ ਸਗੋਂ 2 ਵੈਕਸੀਨ, ਕੋਵਿਡਸ਼ੀਲਡ ਤੇ ਕੋਵੈਕਸੀਨ ਵੈਕਸੀਨ ਵਿਕਸਿਤ ਕੀਤੀਆਂ ਹਨ ਤੇ ਹੋਰ ਕਰੋਨਾ ਵੈਕਸੀਨ ਵਿਕਸਿਤ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ। ਡੰਡੀ ਹੋਰ ਤਾਂ ਹੋਰ ਭਾਰਤ ਵਿੱਚ ਤਿਆਰ ਕੀਤੀਆਂ ਵੈਕਸੀਨ ਦੁਨੀਆ ਦੇ ਕਈ ਦੇਸ਼ਾਂ ਨੂੰ ਸਪਲਾਈ ਵੀ ਕੀਤੀਆਂ ਜਾ ਰਹੀਆਂ ਹਨ। ਡੰਡੀ ਜੋ ਦੁਨੀਆ ਭਰ ਵਿੱਚ ਬੜੇ ਮਾਣ ਵਾਲੀ ਗੱਲ ਹੈ। ਡੰਡੀ ਸਾਨੂੰ ਆਪਣੇ ਦੇਸ਼ ਦੇ ਵਿਗਿਆਨੀਆਂ ਤੇ ਮਾਹਿਰਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਬਿਨਾਂ ਕਿਸੇ ਡਰ ਤੋਂ ਕਰੋਨਾ 'ਤੇ ਜਿੱਤ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਡੰਡੀ ਪਹਿਰਾ ਕੁਦਰਤ ਦੀ ਬਣਾਈ ਹਰ ਚੀਜ਼ ਦੀ ਆਪਣੀ ਖੁਸ਼ਬੂ ਹੁੰਦੀ ਹੈ। ਡੰਡੀ ਚਾਹੇ ਫਿਰ ਉਹ ਫੁੱਲ ਹੋਣ ਜਾਂ ਪੱਤੇ, ਇਹ ਖੁਸ਼ਬੂ ਭਾਵਨਾਵਾਂ ਨੂੰ ਖਿੱਚ ਪਾਉਂਦੀ ਹੈ। ਡੰਡੀ ਅਜਿਹੀ ਖਿੱਚ ਜੋ ਰੂਹ ਨੂੰ ਤ੍ਰਿਪਤ ਕਰ ਦਿੰਦੀ ਹੈ ਤੇ ਕਈ ਵਾਰ ਇਹੀ ਖੁਸ਼ਬੂ ਦਿਲ ਅੰਦਰ ਇਸ ਤਰ੍ਹਾਂ ਸਮਾ ਜਾਂਦੀ ਹੈ ਕਿ ਕਦੇ ਵੀ ਇਸ ਦਾ ਅਸਰ ਖਤਮ ਨਹੀਂ ਹੁੰਦਾ, ਸਗੋਂ ਸਮੇਂ ਦੀਆਂ ਪਰਤਾਂ ਹੇਠ ਹੋਰ ਵੱਧਦਾ ਰਹਿੰਦਾ ਹੈ। ਡੰਡੀ ਮੈਂ ਇੱਕ ਅਧਿਆਪਕ ਹਾਂ। ਡੰਡੀ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਮੈਂ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੀ ਆਪਣੇ ਸਕੂਲ ਪਹੁੰਚਦੀ ਹਾਂ। ਡੰਡੀ ਰਾਹ ਵਿੱਚ ਮਿਲਣ ਵਾਲੇ ਲੋਕ ਜਦੋਂ ਸਿਰ ਝੁਕਾ ਕੇ ਬੜੇ ਆਦਰ ਮਾਣ ਨਾਲ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤਾਂ ਮੈਂ ਉਹਨਾਂ ਦੀਆਂ ਨਜ਼ਰਾਂ ਵਿੱਚ ਆਪਣੇ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਵੇਖਦੀ ਹਾਂ ਤਾਂ ਉਹਨਾਂ ਨੂੰ ਆਪਣੇ ਮਨ ਦੀ ਤਹਿ ਅੰਦਰ ਕਿਧਰੇ ਇੰਝ ਮਹਿਸੂਸ ਕਰਦੀ ਹਾਂ ਜਿਵੇਂ ਮੇਰੀ ਮਾਂ ਆਪਣੇ ਵਿਆਹ ਦੀਆਂ ਹੱਥੀਂ ਕੱਢੀਆਂ ਚਾਦਰਾਂ ਅਜੇ ਵੀ ਸਾਂਭੀ ਬੈਠੀ ਹੈ ਤੇ ਕਦੇ-ਕਦੇ ਉਹਨਾਂ ਨੂੰ ਵੇਖ ਕੇ ਖੁਸ਼ੀ ਮਹਿਸੂਸ ਕਰਦੀ ਹੈ। ਡੰਡੀ ਸਟਾਰਟ।
ਪੰਜਾਬ ਸਰਕਾਰ ਨੇ ਐਲਾਨ ਤਾਂ ਖਾਸਾ ਟਾਈਮ ਪਹਿਲਾਂ ਹੀ ਕਰਤਾ ਸੀ ਬਈ ਬੀਬੀਆਂ ਨੂੰ ਪੰਜਾਬ ਸਰਕਾਰ ਲੋਹੇ ਦੇ ਘੋੜੇ ਰੋਡਵੇਜ਼ ਉੱਤੇ ਮੁਫਤ ਝੂਟੇ ਮਾਟੇ ਦਿੱਤੇ ਜਾਣਗੇ ਡੰਡੀ। ਐਲਾਨ ਸੁਣ ਕੇ ਬੀਬੀਆਂ ਤਾਂ ਬਈ ਫੂਕ ਹੀ ਛੱਕ ਗਈਆਂ, ਪਰ ਛੇਤੀ ਹੀ ਕਿਸੇ ਕਾਰਨਵਸ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤਾਂ ਬੀਬੀਆਂ ਦੀ ਹਾਲਤ ਨਹਾਤੀ ਧੋਤੀ ਰਹਿ ਗਈ ਤੇ ਮੂੰਹ 'ਤੇ ਮੱਖੀ ਬਹਿ ਗਈ ਵਾਲੀ ਹੋ ਗਈ ਡੰਡੀ। ਹੁਣ ਦੁਬਾਰਾ ਜਦੋਂ ਪੰਜਾਬ ਸਰਕਾਰ ਨੇ ਫਿਰ ਐਲਾਨ ਕੀਤਾ ਕਿ ਬਾਈ 1 ਅਪ੍ਰੈਲ ਤੋਂ ਬੀਬੀਆਂ ਨੂੰ ਮੁਫਤ ਝੂਟੇ ਮਾਟੇ ਦਿਆਂਗੇ ਤਾਂ ਬੀਬੀਆਂ ਭੈਣਾਂ ਨੇ ਅਪ੍ਰੈਲ ਫੂਲ ਬਣਾ ਰਹੇ ਹੋਣਗੇ ਸੋਚ ਕੇ ਪਹਿਲਾਂ ਵਾਲਾ ਉਤਸ਼ਾਹ ਜਿਹਾ ਨਾ ਵਿਖਾਇਆ। ਪਰ ਸਾਡੇ ਮੁਹੱਲੇ ਵਾਲੇ ਹੈਪੀ ਦੀ ਮੰਮੀ ਮੈਦਾਨ ਵਿੱਚ ਨਿੱਤਰ ਆਏ ਇਹ ਵੇਖਣ ਪਰਖਣ ਲਈ ਬਈ ਸਰਕਾਰ ਫੈਸਲਾ ਕਿਤੇ ਮੋਦੀ ਦੇ 15 ਲੱਖ ਖਾਤਿਆਂ ਵਿੱਚ ਪਾਉਣ ਵਾਲੇ ਵਰਗਾ ਤਾਂ ਨਹੀਂ ਡੰਡੀ ਪੈਰਾ। ਹੈਪੀ ਦੀ ਮੰਮੀ ਉਂਝ ਵੀ ਅਜਿਹੇ ਕੰਮਾਂ ਵਿੱਚ ਬਾਹਲੀ ਉਤਾਵਲੀ ਰਹਿੰਦੀ, ਸੋ ਉਸਨੇ ਸੋਚਿਆ ਬਈ ਵੇਲ ਦਾ ਫਾਇਦਾ ਉਠਾਇਆ ਜਾਏ ਤੇ ਸਭ ਤੋਂ ਪਹਿਲਾਂ ਖਬਰ ਦੀ ਸੱਚਾਈ ਦੱਸ ਕੇ ਮੁਹੱਲੇ ਨੂੰ ਹੈਰਾਨ ਪਰੇਸ਼ਾਨ ਕਰਨ ਦਾ ਲੁਤਫ ਉਠਾਈਏ ਡੰਡੀ। ਲਓ ਜੀ, ਇਹ ਮਨ ਵਿੱਚ ਧਾਰ ਹੈਪੀ ਦੀ ਮੰਮੀ ਨੇ ਘਰੋਂ ਚੁੱਕਿਆ ਆਧਾਰ ਕਾਰਡ ਆਪਣਾ, ਨਾਲੇ ਹੈਪੀ ਦੇ ਭਾਪੇ ਦਾ ਵੀ ਤੇ ਪਾ ਦਿੱਤੇ ਚਾਲੇ ਬੱਸ ਸਟੈਂਡ ਵੱਲ ਨੂੰ ਡੰਡੀ। ਹੈਪੀ ਦੀ ਮੰਮੀ ਮਨ ਵਿੱਚ ਧਾਰ ਕੇ ਗਈ ਸੀ ਕਿ ਬਈ ਬੱਸ ਚੜ੍ਹਨ ਤੋਂ ਪਹਿਲਾਂ ਹੀ ਪੁੱਛ ਲਵਾਂਗੀ ਕਿ ਜੇ ਕਿਰਾਇਆ ਮਾਫ ਹੋਇਆ ਤਾਂ ਝੂਟੇ ਮਾਟੇ ਲੈ ਆਊਂ, ਨਹੀਂ ਸਰਕਾਰ ਨੂੰ ਲੱਖ ਲਾਂਤਾਂ ਪਾ ਆਊਂ ਡੰਡੀ। ਬੱਸ ਸਟੈਂਡ ਪਹੁੰਚ ਕੇ ਹੈਪੀ ਦੀ ਮੰਮੀ ਨੇ ਅੱਕੜ ਬੱਕੜ ਬੰਬੇ 80 90 ਪੂਰੇ 100 ਕਹਿ ਕੇ ਇੱਕ ਲੋਕਲ ਜਿਹੀ ਸਰਕਾਰੀ ਰੋਡਵੇਜ਼ ਬੱਸ ਦੀ ਬਾਰੀ ਨੂੰ ਹੱਥ ਜਾ ਪਾਇਆ ਡੰਡੀ। ਕੰਡਕਟਰ ਪਿਛਲੀ ਸੀਟ ਉੱਤੇ ਬੈਠਾ ਜਰਦਾ ਮਲਣ ਦੀ ਰਾਏ ਜਹੀ ਬਣਾ ਰਿਹਾ ਸੀ ਡੰਡੀ। ਹੈਪੀ ਦੀ ਮੰਮੀ ਨੇ ਪੈਂਦੀ ਸੱਟੇ ਹੀ ਪੁੱਛ ਲਿਆ, ਵੀਰ ਜੀ ਔਰਤਾਂ ਮੁਫਤ ਕਰਤੀਆਂ ਕਿ ਨਹੀਂ? ਪ੍ਰਸ਼ਨ ਚਿੰਨ੍ਹ ਭਲਾ ਔਰਤਾਂ ਕਿਹੜਾ ਪਹਿਲਾਂ ਮੁੱਲ ਮਿਲਦੀਆਂ ਸਨ ਬੀਬੀ ਜੀ? ਪ੍ਰਸ਼ਨ ਚਿੰਨ੍ਹ। ਕੰਡਕਟਰ ਨੇ ਪੂੜੀ ਵਿੱਚੋਂ ਸੁੱਕਾ ਜਰਦਾ ਆਪਣੀ ਤਲੀ ਉੱਤੇ ਉਲਟਾਉਂਦਿਆਂ ਪੈਂਦੀ ਸੱਟੇ ਸਵਾਲ ਹੈਪੀ ਦੀ ਮੰਮੀ ਦੇ ਗਿੱਟਿਆਂ ਵਿੱਚ ਦੇ ਮਾਰਿਆ ਡੰਡੀ ਪਰਾ। ਉਹ ਮੇਰਾ ਮਤਲਬ ਭਾਈ ਔਰਤਾਂ ਦਾ ਕਿਰਾਇਆ ਮਾਫ ਕਰ ਦਿੱਤਾ ਸਰਕਾਰ ਨੇ ਕਿ ਨਹੀਂ? ਪ੍ਰਸ਼ਨ ਚਿੰਨ੍ਹ। ਕਿਉਂਕਿ ਔਰਤਾਂ ਕੀ ਡੀਸੀ ਲੱਗੀਆਂ ਹੋਈਆਂ ਨੇ? ਪ੍ਰਸ਼ਨ ਚਿੰਨ੍ਹ। ਕੰਡਕਟਰ ਨੇ ਫਿਰ ਗੇਂਦ ਹੈਪੀ ਦੀ ਮੰਮੀ ਦੇ ਪਾਲੇ ਵਿੱਚ ਦੇ ਮਾਰੀ ਡੰਡੀ। ਵੇ ਭਾਈ, ਤੂੰ ਡੀਸੀ ਨੂੰ ਵੇਖਿਆ ਕਦੇ ਸਰਕਾਰੀ ਬੱਸ ਚੜ੍ਹਦੇ ਨੂੰ? ਪ੍ਰਸ਼ਨ ਚਿੰਨ੍ਹ। ਉਹਨਾਂ ਨੂੰ ਕਿਰਾਇਆ ਭਾਵੇਂ ਮਾਫ ਹੋਵੇ ਭਾਵੇਂ ਦੁੱਗਣਾ ਦੇਣਾ ਪਵੇ ਜਦ ਉਹਨਾਂ ਬੱਸ ਵਿੱਚ ਚੜ੍ਹਨਾ ਹੀ ਨਾ ਹੋਇਆ ਡੰਡੀ। ਆਪਣੀ ਜਾਚੇ ਹੈਪੀ ਦੀ ਮੰਮੀ ਨੇ ਕਰਾਰਾ ਜਿਹਾ ਤਰਕ ਦੇ ਕੇ ਕੰਡਕਟਰ ਨੂੰ ਅੱਗੋਂ ਵਾਧੂ ਦੀ ਭਕਾਈ ਬੰਦ ਕਰਨ ਤੋਂ ਰੋਕਿਆ ਡੰਡੀ। ਪਰ ਕੰਡਕਟਰ ਨੇ ਵੀ ਜਰਦਾ ਮਲਣ ਦੀ ਮੌਜ ਵਿੱਚ ਆਖਿਆ, ਐ ਤਾਂ ਟੋਲ ਬੈਰੀਅਰ ਤੋਂ ਕਿਹੜਾ ਕਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਲੰਘਣਾ ਹੁੰਦਾ? ਉਹਨਾਂ ਨੂੰ ਵੀ ਤਾਂ ਟੋਲ ਫਰੀ ਹੀ ਹੁੰਦੇ ਨੇ। ਕੇਰਾਂ ਤਾਂ ਕੰਡਕਟਰ ਦੀਆਂ ਗੱਲਾਂ ਨਾਲ ਹੈਪੀ ਦੀ ਮੰਮੀ
ਬੌਂਦਲ ਜਹੀ ਗਈ ਬਈ, ਇਹ ਤਾਂ ਪੈਰਾਂ ਉੱਤੇ ਪਾਣੀ ਹੀ ਨਹੀਂ ਪੈਣ ਦਿੰਦਾ ਡੰਡੀ। ਫਿਰ ਹੈਪੀ ਦੀ ਮੰਮੀ ਵੀ ਆ ਗਈ ਆਪਣੇ ਰੰਗ ਵਿੱਚ, ਕਹਿੰਦੇ ਬੰਦੇ ਦਾ ਪੁੱਤਰ ਬਣ ਕੇ ਦੱਸ ਬਾਈ, ਪੰਜਾਬ ਸਰਕਾਰ ਨੇ ਜਿਹੜੀ ਇਹ ਗੱਲ ਆਖੀ ਹੈ ਕਿ ਬਾਈ 1 ਅਪ੍ਰੈਲ ਤੋਂ ਔਰਤਾਂ ਦੀ ਟਿਕਟ ਨਹੀਂ ਲੱਗਣੀ ਸਰਕਾਰੀ ਬੱਸਾਂ ਵਿੱਚ, ਉਹ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਹੈ ਕਿ ਨਹੀਂ ਡੰਡੀ। ਹੈਪੀ ਦੀ ਮੰਮੀ ਦਾ ਬਦਲਿਆ ਸੁਰ ਸੁਣ ਕੇ ਸੁੱਕੇ ਜਰਦੇ ਵਿੱਚ ਚੂਨਾ ਮਿਲਾਉਣ ਦੀ ਤਿਆਰੀ ਕਰਦਾ ਕੰਡਕਟਰ ਜਰਾ ਕੁ ਝਰਕਿਆ ਤੇ ਬਾਲਾ ਬੋਚ ਕੇ ਕਹਿੰਦਾ, ਸਾਨੂੰ ਨਹੀਂ ਕੋਈ ਲਿਖਤੀ ਨੋਟਿਸ ਆਇਆ, ਸੋ ਔਰਤਾਂ ਦੀ ਵੀ ਟਿਕਟ ਲੱਗੂਗੀ ਡੰਡੀ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਸਕੂਲ ਦੇ ਅਧਿਆਪਕਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਸਕੂਲ ਦੇ ਸੁਧਾਰ ਦਾ ਬੀੜਾ ਚੁੱਕਿਆ ਡੰਡੀ। ਮੈਂ ਰੋਜ਼ਾਨਾ ਛੁੱਟੀ ਤੋਂ ਬਾਅਦ 2 ਘੰਟੇ ਪਿੰਡ ਦੇ ਸਰਪੰਚ ਸਰਦਾਰ ਕੌਰ ਨਾਲ ਜਾ ਕੇ ਫੰਡ ਇਕੱਠਾ ਕਰਦੀ ਡੰਡੀ। ਸਰਪੰਚ ਮੈਨੂੰ ਪਿੰਡ ਦੇ ਉਹਨਾਂ ਘਰਾਂ ਵੱਲ ਲੈ ਜਾਂਦੀ ਜਿਹੜੇ ਰੱਬ ਦੀ ਦਇਆ ਨਾਲ ਰੱਜੇ ਪੁੱਜੇ ਘਰ ਮੰਨੇ ਜਾਂਦੇ ਸਨ ਡੰਡੀ, ਜਿਹੜੇ ਘਰਾਂ ਦਾ ਗੁਜ਼ਾਰਾ ਮਸਾਂ ਹੀ ਤੁਰਦਾ ਸੀ। ਅਸੀਂ ਉਹਨਾਂ ਘਰਾਂ ਤੋਂ ਥੋੜ੍ਹੀ ਵਿੱਥ ਬਣਾ ਲੈਂਦੇ ਸਾਂ ਤਾਂ ਕਿ ਉਹਨਾਂ ਨੂੰ ਆਪਣੀ ਆਰਥਿਕ ਮਜਬੂਰੀ ਕਾਰਨ ਹੀਨ ਭਾਵਨਾ ਦਾ ਸ਼ਿਕਾਰ ਨਾ ਹੋਣਾ ਪਵੇ ਡੰਡੀ। ਇੱਕ ਦਿਨ ਜਦੋਂ ਮੈਂ ਸਰਪੰਚ ਨਾਲ ਪਿੰਡ ਵਿੱਚ ਹੀ ਕਿਸੇ ਦੇ ਘਰ ਜਾ ਰਹੀ ਸੀ ਤਾਂ ਇੱਕ ਔਰਤ ਜਿਸ ਦੇ ਪਤੀ ਦੀ ਭਰ ਜਵਾਨੀ ਵਿੱਚ ਮੌਤ ਹੋ ਚੁੱਕੀ ਸੀ ਨੇ ਮੈਨੂੰ ਆਵਾਜ਼ ਮਾਰੀ, ਮੈਡਮ ਜੀ। ਮੈਂ ਰੁਕ ਗਈ। ਮੈਡਮ ਜੀ, ਮੈਂ ਸੁਣਿਆ ਤੁਸੀਂ ਸਕੂਲ ਲਈ ਪੈਸੇ ਇਕੱਠੇ ਕਰ ਰਹੇ ਹੋ, ਤੁਸੀਂ ਮੇਰਾ ਘਰ ਕਿਉਂ ਛੱਡ ਦਿੱਤਾ? ਪ੍ਰਸ਼ਨ ਚਿੰਨ੍ਹ। ਜਦੋਂ ਉਸਨੇ ਇਹ ਗੱਲ ਆਖੀ ਮੈਨੂੰ ਕੋਈ ਜਵਾਬ ਨਾ ਔੜਿਆ ਡੰਡੀ। ਮੈਂ ਚੁੱਪਚਾਪ ਉਹਦੇ ਵੱਲ ਵੇਖਣ ਲੱਗੀ ਜੋ ਬੜੇ ਗੌਰ ਨਾਲ ਮੈਨੂੰ ਘੂਰ ਰਹੀ ਸੀ ਡੰਡੀ। ਅਗਲੇ ਹੀ ਪਲ ਮੈਂ ਇੱਕ ਦੋਸ਼ੀ ਵਾਂਗ ਉਸ ਤੋਂ ਨਜ਼ਰਾਂ ਚੁਰਾ ਰਹੀ ਸੀ ਡੰਡੀ। ਫਿਰ ਉਸਨੇ ਗੱਲ ਅੱਗੇ ਤੁਰਦਿਆਂ ਕਿਹਾ, ਮੈਡਮ ਜੀ, ਮੈਂ ਤਾਂ ਕੱਲ੍ਹ ਵੀ ਤੁਹਾਨੂੰ ਉਡੀਕਦੀ ਰਹੀ ਡੰਡੀ। ਉਸ ਦੇ ਸਵਾਲਾਂ ਦਾ ਮੇਰੇ ਮੂੰਹੋਂ ਕੋਈ ਜਵਾਬ ਨਹੀਂ ਸੀ ਨਿਕਲ ਰਿਹਾ, ਜਾਂ ਇੰਜ ਕਹਿ ਲਓ ਮੇਰਾ ਦਿਮਾਗ ਤੇ ਮੇਰੀ ਜ਼ੁਬਾਨ ਮੇਰਾ ਸਾਥ ਨਹੀਂ ਸਨ ਦੇ ਰਹੇ ਡੰਡੀ। ਮੈਨੂੰ ਕੁਝ ਸੁੱਝ ਹੀ ਨਹੀਂ ਸੀ ਰਿਹਾ ਕਿ ਕੀ ਕਹਾਂ। ਪ੍ਰਸ਼ਨ ਚਿੰਨ੍ਹ। ਮੇਰੀ ਚੁੱਪ ਨੂੰ ਤੋੜਦਿਆਂ ਸਰਪੰਚ ਨੇ ਕਿਹਾ, ਅਜੇ ਤਾਂ ਕਈ ਘਰ ਰਹਿੰਦੇ ਨੇ, ਤੁਹਾਡੇ ਵੀ ਅੱਜ ਮਾਰਨਾ ਸੀ ਗੇੜਾ ਡੰਡੀ। ਭਾਵੇਂ ਉਸ ਦਾ ਕੋਈ ਵੀ ਜਵਾਕ ਸਾਡੇ ਸਕੂਲ ਨਹੀਂ ਸੀ ਪੜ੍ਹਦਾ, ਪਰ ਫਿਰ ਵੀ ਉਸ ਦੀ ਖੁੱਲ੍ਹ ਦਿਲੀ ਵੇਖ ਕੇ ਮੈਨੂੰ ਬੜੀ ਤਸੱਲੀ ਹੋਈ ਡੰਡੀ। ਉਹ ਨਰੇਗਾ ਵਿੱਚ ਦਿਹਾੜੀ ਦੱਪਾ ਕਰ ਆਪਣਾ ਘਰ ਤੋਰਦੀ ਹੈ ਡੰਡੀ। ਉਸਨੇ ਆਪਣੀ ਫਟੀ ਘਸਮੈਲੀ ਚੁੰਨੀ ਦੇ ਲੜ ਨਾਲੋਂ 50 ਰੁਪਏ ਕੱਢ ਕੇ ਮੈਨੂੰ ਫੜਾ ਦਿੱਤੇ ਤੇ ਕਹਿਣ ਲੱਗੀ, ਮੈਡਮ ਜੀ, ਅਜੇ ਮੈਨੂੰ ਹੋਰ ਕਿਸੇ ਕੋਲੋਂ ਮੇਰੀਆਂ ਦਿਹਾੜੀਆਂ ਦੇ ਪੈਸੇ ਨਹੀਂ ਮਿਲੇ, ਤੁਸੀਂ ਆ ਰੱਖ ਲਓ ਡੰਡੀ। ਉਹ ਨੋਟ ਜਦੋਂ ਮੈਂ ਫੜਿਆ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਸ਼ਾਹੂਕਾਰ ਨੇ ਆਪਣੀ ਪੂਰੀ ਤਿਜੋਰੀ ਦਾ ਖਜ਼ਾਨਾ ਸਾਡੇ ਸਕੂਲ ਲਈ ਖੋਲ੍ਹ ਦਿੱਤਾ ਹੋਵੇ ਡੰਡੀ। ਮੇਰੀਆਂ ਅੱਖਾਂ ਦੇ ਕੋਇਆਂ ਵਿੱਚ ਪਾਣੀ ਸਿਮ ਆਇਆ ਡੰਡੀ। ਪੈਰਾ
ਮੈਂ ਉਸ ਦੇ 50 ਰੁਪਏ ਦੇ ਨੋਟ ਦੀ ਛਾਪ ਸਦਾ ਲਈ ਆਪਣੇ ਦਿਲ ਦੇ ਪਰਸ ਵਿੱਚ ਸਾਂਭ ਕੇ ਰੱਖ ਲਈ ਡੰਡੀ। ਮੈਂ ਤੇ ਸਰਪੰਚ ਸਾਹਿਬ ਫਿਰ ਅਗਲੇ ਘਰਾਂ ਵੱਲ ਨੂੰ ਹੋ ਤੁਰੇ ਡੰਡੀ। ਉਸ ਦਿਨ ਤੋਂ ਬਾਅਦ ਮੈਂ ਕਈ ਦਿਨ ਇਹੀ ਸੋਚਦੀ ਰਹੀ ਕਿ ਕਈ ਅਮੀਰ ਤਾਂ ਸਾਰੀ ਉਮਰ ਆਪਣੇ ਬੋਝੇ ਵਿੱਚੋਂ ਇੱਕ ਦੀਵਾਨੀ ਭਲੇ ਕੰਮ ਲਈ ਨਹੀਂ ਕੱਢਦੇ ਡੰਡੀ। ਇਸ ਗਰੀਬੜੀ ਨੇ ਆਪਣੀ ਦਿਹਾੜੀ ਵਿੱਚੋਂ ਵੀ 50 ਰੁਪਏ ਦਾ ਯੋਗਦਾਨ ਪਾਇਆ ਡੰਡੀ। ਦੁਨੀਆ ਭਰ ਦੀ ਨਜ਼ਰ ਭਾਰਤ ਦੀ ਕਰੋਨਾ ਵੈਕਸੀਨੇਸ਼ਨ ਮੁਹਿੰਮ 'ਤੇ ਹੈ ਡੰਡੀ। ਮਾਹਿਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਟੀਕਾਕਰਨ ਬਿਹਤਰ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਅਤੇ ਬਿਮਾਰੀ ਫੈਲਣ ਤੋਂ ਰੋਕਣ ਵਿੱਚ ਸਮਰੱਥ ਹੈ ਡੰਡੀ। ਵਿਸ਼ਵ ਭਰ ਦੇ ਵਿਗਿਆਨੀਆਂ ਨੇ ਕੋਵਿਡ-19 ਦੀ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਅਹਿਮ ਯੋਗਦਾਨ ਪਾਇਆ ਹੈ ਡੰਡੀ। ਆਮ ਲੋਕਾਂ ਵਿੱਚ ਇਸ ਨਵੀਂ ਕੋਵਿਡ ਵੈਕਸੀਨ ਨੂੰ ਲੈ ਕੇ ਡਰ ਦਾ ਮਾਹੌਲ ਹੈ, ਪਰ ਜੇਕਰ ਮਾਹਿਰਾਂ ਦੀ ਸੁਣੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਅਜ਼ਮਾਇਸ਼ਾਂ, ਸ਼ਰਤਾਂ ਤੇ ਕਸੌਟੀਆਂ 'ਤੇ ਖਰੀ ਉਤਰਨ ਤੇ ਲਾਇਸੈਂਸ ਹਾਸਲ ਕਰਨ ਵਾਲੀ ਕਰੋਨਾ ਵੈਕਸੀਨ ਦਾ ਟੀਕਾ ਹੀ ਲਗਾਇਆ ਜਾ ਰਿਹਾ ਹੈ ਡੰਡੀ। ਲਾਭਪਾਤਰੀਆਂ ਵੱਲੋਂ ਟੀਕਾਕਰਨ ਸੰਬੰਧੀ ਮਨਜ਼ੂਰੀ ਦੇਣ ਲਈ ਕੋਈ ਵੀ ਫੋਟੋ ਆਧਾਰਿਤ ਸ਼ਨਾਖਤੀ ਕਾਰਡ ਜਿਵੇਂ ਆਧਾਰ ਕਾਰਡ, ਪੈਨ ਕਾਰਡ ਆਦਿ ਕਾਫੀ ਹੋਵੇਗਾ ਡੰਡੀ। ਸਬ ਸੈਂਟਰ ਪੱਧਰ ਤੱਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਡਿਸਪੈਂਸਰੀਆਂ, ਆਯੁਰਵੈਦਿਕ ਤੇ ਹੋਮੋਪੈਥਿਕ ਸਿਹਤ ਸੰਸਥਾਵਾਂ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਸ਼ਾਮਲ ਕਰਕੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਡੰਡੀ। ਕੋਵਿਨ ਸਿਸਟਮ ਆਪਣੇ ਡਿਜੀਟਲ ਪਲੇਟਫਾਰਮ ਰਾਹੀਂ ਟੀਕਾ ਲਗਵਾਉਣ ਦੇ ਇਛੁੱਕ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਕੇ ਟੀਕਾ ਲਗਵਾਉਣ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ ਡੰਡੀ। ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ ਡੰਡੀ। ਦੂਜੀ ਖੁਰਾਕ ਲੈਣ ਤੋਂ 2 ਹਫ਼ਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦੀ ਸੁਰੱਖਿਆਤਮਕ ਪੱਧਰ ਪੈਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਝੂਠੀਆਂ ਅਫਵਾਹਾਂ ਤੇ ਕੂੜ ਪ੍ਰਚਾਰ ਕਾਰਨ ਕਈ ਲੋਕਾਂ ਵਿੱਚ ਬੇਚੈਨੀ ਨਜ਼ਰ ਆ ਰਹੀ ਹੈ ਡੰਡੀ। ਇਸ ਲਈ ਲੋੜ ਹੈ ਇਹਨਾਂ ਗਲਤ ਧਾਰਨਾਵਾਂ ਤੋਂ ਸੁਚੇਤ ਹੋਣ ਦੀ। ਸੁਣੀਆਂ ਸੁਣਾਈਆਂ ਗੱਲਾਂ ਤੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓਜ਼ ਤੇ ਸੁਨੇਹਿਆਂ 'ਤੇ ਵਿਸ਼ਵਾਸ ਨਾ ਕਰਦੇ ਹੋਏ ਸਰਕਾਰੀ ਵੈੱਬਸਾਈਟ, ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਜਾਂ ਸਿਹਤ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ 'ਤੇ ਹੀ ਸੰਪਰਕ ਕਰਕੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਡੰਡੀ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਥੋੜ੍ਹੀ ਘਬਰਾਹਟ, ਬੁਖਾਰ, ਟੀਕੇ ਵਾਲੀ ਜਗ੍ਹਾ 'ਤੇ ਦਰਦ ਜਾਂ ਸੁਸਤੀ ਜਿਹੀ ਵਰਗੇ ਉਲਟ ਪ੍ਰਭਾਵ ਨਜ਼ਰ ਆਏ ਹਨ, ਜਿਸ ਨੂੰ ਸੁਭਾਵਿਕ ਹੀ ਮੰਨਿਆ ਜਾ ਰਿਹਾ ਹੈ ਡੰਡੀ। ਆਮ ਤੌਰ 'ਤੇ ਇੱਕ ਵੈਕਸੀਨ ਨੂੰ ਬਣਾਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ, ਪਰ ਭਾਰਤ ਵਿੱਚ ਇੰਨੇ ਘੱਟ ਸਮੇਂ ਵਿੱਚ ਇੱਕ ਨਹੀਂ ਸਗੋਂ 2 ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਵੈਕਸੀਨ ਵਿਕਸਿਤ ਕੀਤੀਆਂ ਹਨ ਤੇ ਹੋਰ ਕਰੋਨਾ ਵੈਕਸੀਨ ਵਿਕਸਿਤ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਡੰਡੀ। ਹੋਰ ਤਾਂ ਹੋਰ ਭਾਰਤ ਵਿੱਚ ਤਿਆਰ ਕੀਤੀਆਂ ਵੈਕਸੀਨ ਦੁਨੀਆ ਦੇ ਕਈ ਦੇਸ਼ਾਂ ਨੂੰ ਸਪਲਾਈ ਵੀ ਕੀਤੀਆਂ ਜਾ ਰਹੀਆਂ ਹਨ ਡੰਡੀ।
ਜੋ ਦੁਨੀਆ ਭਰ ਵਿੱਚ ਬੜੇ ਮਾਣ ਵਾਲੀ ਗੱਲ ਹੈ ਡੰਡੀ। ਸਾਨੂੰ ਆਪਣੇ ਦੇਸ਼ ਦੇ ਵਿਗਿਆਨੀਆਂ ਤੇ ਮਾਹਿਰਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਤੋਂ ਕਰੋਨਾ 'ਤੇ ਜਿੱਤ ਦਾ ਟੀਕਾ ਲਗਵਾਉਣਾ ਚਾਹੀਦਾ ਹੈ ਡੰਡੀ। ਕੰਡਕਟਰ ਨੂੰ ਜਰਦੇ ਵਿੱਚ ਚੂਨਾ ਪਾ ਕੇ ਤੇ ਜਰਦੇ ਦੀ ਰਗੜਾਈ ਸ਼ੁਰੂ ਕਰਦਿਆਂ ਵੇਖ ਕੇ ਹੈਪੀ ਦੀ ਮੰਮੀ ਥੋੜ੍ਹੀ ਹੋਰ ਤਿੱਖੀ ਹੋ ਗਈ ਅਤੇ ਕਹਿੰਦੀ, ਵੇ ਭਾਈ ਮੈਨੂੰ ਚੂਨਾ ਲਾਉਣ ਦੀ ਕੋਸ਼ਿਸ਼ ਨਾ ਕਰੀ ਡੰਡੀ। ਅੱਧਾ ਮੁਹੱਲਾ ਡਰਦਾ ਮੇਰੇ ਤੋਂ ਡੰਡੀ। ਜੇ ਸਰਕਾਰ ਨੇ ਖਬਰਾਂ ਵਿੱਚ ਹੀ ਦੇ ਦਿੱਤਾ ਫਿਰ ਹੋਰ ਤੁਹਾਨੂੰ ਲਿਖਤੀ ਨੋਟਿਸ ਦੇਣ ਵਿੱਚ ਕੀ ਗੋਡੇ ਰਹਿ ਗਏ। ਪ੍ਰਸ਼ਨ ਚਿੰਨ੍ਹ ਅਖਬਾਰ ਵੀ ਪੜ੍ਹ ਲਿਆ ਕਰੋ ਕਦੇ ਕਿ ਪੜ੍ਹਨ ਲਿਖਣ ਵਾਲਾ ਵਰਕਾ ਹੀ ਪਾੜਿਆ ਹੋਇਆ ਡੰਡੀ। ਅੱਜ ਵਾਲੇ ਅਖਬਾਰ 'ਤੇ ਅਜੇ ਤਾਂ ਡਰਾਈਵਰ ਕਬਜ਼ਾ ਕਰੀ ਬੈਠਾ ਡੰਡੀ। ਜੇਕਰ ਉਸ ਕੋਲੋਂ ਸੁੱਖੀ ਸਾਂਦੀ ਮੁੜ ਆਇਆ ਤਾਂ ਮੈਂ ਵੀ ਪੜ੍ਹ ਲਵਾਂਗਾ ਡੰਡੀ। ਹੈਪੀ ਦੀ ਮੰਮੀ ਨੇ ਤੁਰੰਤ ਧੌਣ ਘੁਮਾ ਕੇ ਵੇਖਿਆ ਤਾਂ ਡਰਾਈਵਰ ਮੌਜ ਨਾਲ ਬੋਨਟ ਉੱਤੇ ਅੱਧ ਟੇਢਾ ਜਿਹਾ ਹੋਇਆ ਅਖਬਾਰ ਦੀਆਂ ਖਬਰਾਂ ਨੂੰ ਛਕੀ ਜਾ ਰਿਹਾ ਸੀ ਡੰਡੀ। ਹੈਪੀ ਦੀ ਮੰਮੀ ਜਾ ਕੇ ਉਸਦੇ ਦਿਵਾਲੇ ਹੋ ਗਈ, ਵੀਰ ਜੀ ਔਰਤਾਂ ਵਾਲੀ ਖਬਰ ਪੜ੍ਹ ਲਈ ਕਿ ਨਹੀਂ। ਪ੍ਰਸ਼ਨ ਚਿੰਨ੍ਹ ਡਰਾਈਵਰ ਬੋਂਦਲਿਆ ਜਿਹਾ ਉੱਠਿਆ। ਉਸ ਲਈ ਤਾਂ ਜਿਵੇਂ ਹੈਪੀ ਦੀ ਮੰਮੀ ਪ੍ਰਗਟ ਹੀ ਹੋਈ ਸੀ ਡੰਡੀ। ਉਹਨੂੰ ਸਮਝ ਨਾ ਆਵੇ ਬਈ ਆਹ ਔਰਤ ਕੌਣ ਏ ਤੇ ਔਰਤਾਂ ਬਾਰੇ ਕੀ ਪੁੱਛੀ ਜਾ ਰਹੀ ਹੈ ਡੰਡੀ। ਮਾੜੀ ਜਿਹੀ ਸੁਰਤ ਟਿਕਾਣੇ ਜਿਹੀ ਕਰਕੇ ਸਥਿਤੀ ਤੇ ਸੰਦਰਭ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਫਿਰ ਬੋਲਿਆ, ਐਂ ਜੀ ਕੀ ਕਿਹਾ ਜੀ। ਮੈਂ ਪੁੱਛਿਆ, ਵੀਰ ਜੀ ਬਈ ਔਰਤਾਂ ਵਾਲੀ ਖਬਰ ਪੜ੍ਹ ਲਈ ਕਿ ਨਹੀਂ। ਡਰਾਈਵਰ ਨੂੰ ਲੱਗਿਆ ਜਿਵੇਂ ਉਹ ਸੰਨ ਲਗਾਉਂਦੇ ਚੋਰ ਵਾਂਗ ਰੰਗੇ ਹੱਥੀਂ ਫੜਿਆ ਗਿਆ ਹੋਵੇ ਕਿਉਂਕਿ ਹੈਪੀ ਦੀ ਮੰਮੀ ਦੇ ਬੁਲਾਉਣ ਤੋਂ ਪਹਿਲਾਂ ਉਹ ਮਦਹੋਸ਼ ਜਿਹਾ ਹੋਇਆ ਡੰਡੀ। ਅਖਬਾਰ ਦੇ ਰੰਗੀਨ ਪੰਨੇ ਉੱਤੇ ਛਪੀਆਂ ਫਿਲਮ ਅਦਾਕਾਰਾਂ ਦੀਆਂ ਫੋਟੋਆਂ ਨੂੰ ਵੇਖ ਕੇ ਆਨੰਦ ਉਠਾ ਰਿਹਾ ਸੀ ਡੰਡੀ। ਉਸਨੂੰ ਪਤਾ ਨਾ ਲੱਗੇ ਕਿ ਜਵਾਬ ਕੀ ਦੇਵੇ ਡੰਡੀ। ਅਖੀਰ ਬੋਚ ਜੇ ਕਿ ਕਹਿੰਦਾ, ਨਾ ਜੀ ਅਜੇ ਖਬਰਾਂ ਤਾਂ ਪੜ੍ਹੀਆਂ ਨਹੀਂ, ਬਸ ਫੋਟੋਆਂ ਹੀ ਵੇਖੀਆਂ ਨੇ। ਤੇ ਫੋਟੋਆਂ ਕੀ ਕਹਿੰਦੀਆਂ ਨੇ। ਹੈਪੀ ਦੀ ਮੰਮੀ ਨੇ ਫਿਰ ਪੈਂਦੀ ਸੱਟੇ ਸਵਾਲ ਦੇ ਮਾਰਿਆ ਡੰਡੀ। ਫੋਟੋਆਂ ਨੇ ਤਾਂ ਕੀ ਕਹਿਣਾ ਜੀ। ਜੇ ਤੁਹਾਨੂੰ ਕੁਝ ਦੱਸ ਦੇਣਗੀਆਂ ਤਾਂ ਪੁੱਛ ਲਓ। ਭਾਵੇਂ ਡਰਾਈਵਰ ਨੇ ਨੀਵੀਂ ਜਿਹੀ ਪਾ ਕੇ ਫਿਲਮੀ ਅਦਾਕਾਰਾਂ ਦੀਆਂ ਫੋਟੋਆਂ ਵਾਲਾ ਸਫ਼ਾ ਹੈਪੀ ਦੀ ਮੰਮੀ ਵੱਲ ਵਧਾ ਦਿੱਤਾ ਡੰਡੀ। ਹੈਪੀ ਦੀ ਮੰਮੀ ਨੇ ਤੁਰਦੀ ਜਿਹੀ ਨਿਗਾਹ ਫੋਟੋਆਂ ਉੱਤੇ ਮਾਰੀ ਤੇ ਮੁੜ ਡਰਾਈਵਰ ਨੂੰ ਸਿੱਧੀ ਹੋ ਗਈ, ਵੇ ਭਾਈ ਮੈਂ ਕੀ ਇਹਨਾਂ ਫੋਟੋਆਂ ਦਾ ਅਚਾਰ ਪਾਉਣਾ। ਔਰਤਾਂ ਵਾਲੀਆਂ ਖਬਰਾਂ ਦੱਸ ਕੀ ਕਹਿੰਦੀਆਂ ਨੇ। ਹੁਣ ਮੈਨੂੰ ਕੀ ਪਤਾ ਬਈ ਔਰਤਾਂ ਵਾਲੀਆਂ ਖਬਰਾਂ ਕੀ ਕਹਿੰਦੀਆਂ ਜਦ ਮੈਂ ਹਾਲੇ ਪੜ੍ਹੀਆਂ ਹੀ ਨਹੀਂ ਡੰਡੀ। ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਅਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕੱਲ੍ਹ ਇਸਲਾਮਾਬਾਦ 'ਚ ਬੜੀ ਚਲਾਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਡੰਡੀ। ਦੋਵਾਂ ਨੇ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਰੂਸ ਅਤੇ ਪਾਕਿਸਤਾਨ ਅੱਤਵਾਦ ਨਾਲ ਲੜਨ ਲਈ ਵਚਨਬੱਧ ਹਨ ਡੰਡੀ। ਰੂਸ ਨੇ ਵਾਅਦਾ ਕੀਤਾ ਕਿ ਉਹ ਪਾਕਿਸਤਾਨ ਨੂੰ ਅਜਿਹੇ ਵਿਸ਼ੇਸ਼ ਹਥਿਆਰ ਦੇਵੇਗਾ ਜੋ ਅੱਤਵਾਦੀਆਂ ਦੇ ਸਫਾਏ 'ਚ
ਉਸ ਦੇ ਬਹੁਤ ਕੰਮ ਆਉਣਗੇ ਡੰਡੀ। ਇੱਥੇ ਪਹਿਲੀ ਗੱਲ ਇਹ ਹੈ ਕਿ ਉਹ ਕਿਹੜਾ ਅੱਤਵਾਦ ਹੈ ਜਿਸ ਨੂੰ ਰੂਸ ਖਤਮ ਕਰਨਾ ਚਾਹੁੰਦਾ ਹੈ। ਪ੍ਰਸ਼ਨ ਚਿੰਨ੍ਹ ਕਿ ਤਾਲਿਬਾਨ ਦਾ, ਪ੍ਰਸ਼ਨ ਚਿੰਨ੍ਹ ਕਿ ਕਸ਼ਮੀਰੀਆਂ ਦਾ, ਪ੍ਰਸ਼ਨ ਚਿੰਨ੍ਹ ਕਿ ਬਲੋਚਾਂ ਦਾ, ਪ੍ਰਸ਼ਨ ਚਿੰਨ੍ਹ ਕਿ ਪਠਾਨਾਂ ਦਾ, ਪ੍ਰਸ਼ਨ ਚਿੰਨ੍ਹ ਇਹਨਾਂ ਚੋਂ ਕਿਸੇ ਦਾ ਵੀ ਨਹੀਂ ਡੰਡੀ। ਉਸ ਦੀ ਚਿੰਤਾ ਉਸ ਦੇ ਚੇਚਨਿਆ ਇਲਾਕੇ 'ਚ ਚੱਲ ਰਹੇ ਮੁਸਲਿਮ ਅੱਤਵਾਦ ਦੀ ਹੋ ਸਕਦੀ ਹੈ, ਪਰ ਉਸ ਦਾ ਕੋਈ ਪ੍ਰਭਾਵ ਪਾਕਿਸਤਾਨ 'ਚ ਨਹੀਂ ਹੈ ਡੰਡੀ। ਉਸ ਦੀਆਂ ਜੜ੍ਹਾਂ 'ਚ ਤਾਂ ਵਲਾਦੀਮੀਰ ਪੁਤਿਨ ਨੇ ਪਹਿਲਾਂ ਤੋਂ ਹੀ ਤੇਲ ਦਿੱਤਾ ਹੋਇਆ ਹੈ ਡੰਡੀ। ਪਰ ਸੱਚਾਈ ਤਾਂ ਇਹ ਹੈ ਕਿ ਇੱਧਰ ਰੂਸ ਦਾ ਫੌਜੀ ਉਦਯੋਗ ਜਰਾ ਢਿੱਲਾ ਪੈ ਗਿਆ ਹੈ ਡੰਡੀ। ਉਸ ਦੇ ਸਭ ਤੋਂ ਵੱਡੇ ਹਥਿਆਰ ਦੇ ਖਰੀਦਦਾਰ ਭਾਰਤ ਨੇ ਆਪਣੀ ਖਰੀਦ 1/3 ਘਟਾ ਦਿੱਤੀ ਹੈ ਡੰਡੀ। ਪੂਰਬੀ ਯੂਰਪ ਦੇ ਦੇਸ਼ ਵੀ ਉਸ ਦੇ ਹਥਿਆਰ ਘੱਟ ਖਰੀਦ ਰਹੇ ਹਨ ਡੰਡੀ। ਜੇਕਰ ਇਹ ਹਥਿਆਰ ਪਾਕਿਸਤਾਨ ਨੂੰ ਰੂਸ ਮੁਕਤ ਰੂਪ ਨਾਲ ਵੇਚੇਗਾ ਤਾਂ ਭਾਰਤ ਨੂੰ ਨਾਰਾਜ਼ਗੀ ਹੋ ਸਕਦੀ ਹੈ ਡੰਡੀ। ਇਸ ਲਈ ਲਾਵਰੋਵ ਨੇ ਅੱਤਵਾਦ ਦੀ ਓਟ ਲੈ ਲਈ ਹੈ ਡੰਡੀ। ਅੱਤਵਾਦੀਆਂ ਨੂੰ ਮਾਰਨ ਲਈ ਕਿਹੜੀਆਂ ਮਜੈਲਾਂ ਦੀ ਲੋੜ ਹੁੰਦੀ ਹੈ? ਪ੍ਰਸ਼ਨ ਚਿੰਨ੍ਹ। ਪਾਕਿਸਤਾਨੀ ਫੌਜ ਉਹਨਾਂ ਨੂੰ ਚਾਹੇ ਤਾਂ ਖੱਬੇ ਹੱਥ ਨਾਲ ਢੇਰ ਕਰ ਸਕਦੀ ਹੈ ਡੰਡੀ। ਜਿੱਥੋਂ ਤੱਕ ਤਾਲਿਬਾਨ ਦਾ ਸਵਾਲ ਹੈ, ਉਹ ਹਾਲੇ ਵੀ ਅਫਗਾਨਿਸਤਾਨ ਵਿੱਚ ਲਗਭਗ ਰੋਜ਼ ਹੀ ਖੂਨ ਵਹਾ ਰਹੇ ਹਨ, ਪਰ ਰੂਸ ਤਾਂ ਉਹਨਾਂ ਨੂੰ ਪਟਾਉਣ 'ਤੇ ਲੱਗਾ ਹੋਇਆ ਹੈ ਡੰਡੀ। ਇਹ ਉਹਨਾਂ ਨੂੰ ਮਾਸਕੋ ਸੱਦ ਕੇ ਬਿਰਯਾਨੀ ਖਿਲਾਉਣ 'ਚ ਰੁੱਝਾ ਹੋਇਆ ਹੈ ਡੰਡੀ। ਲਾਵਰੋਵ ਨੂੰ ਪਤਾ ਹੈ ਕਿ ਰੂਸ ਦੇ ਹਥਿਆਰ ਸਿਰਫ ਭਾਰਤ ਦੇ ਵਿਰੁੱਧ ਹੀ ਵਰਤੇ ਜਾਣਗੇ ਡੰਡੀ। ਫਿਰ ਵੀ ਉਹ ਉਹਨਾਂ ਨੂੰ ਪਾਕਿਸਤਾਨ ਨੂੰ ਵੇਚਣ 'ਤੇ ਡਟੇ ਹੋਏ ਹਨ ਡੰਡੀ। ਲਾਵਰੋਵ ਦੀ ਲੋਰੀ 'ਤੇ ਤਾਲ ਠੋਕਦੇ ਹੋਏ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਵੀ ਫੜ ਮਾਰ ਦਿੱਤੀ ਹੈ ਡੰਡੀ। ਉਹਨਾਂ ਨੇ ਕਹਿ ਦਿੱਤਾ ਕਿ ਪਾਕਿਸਤਾਨ ਦੀ ਕਿਸੇ ਵੀ ਦੇਸ਼ ਨਾਲ ਕੋਈ ਦੁਸ਼ਮਣੀ ਨਹੀਂ ਹੈ ਡੰਡੀ। ਦੱਖਣੀ ਏਸ਼ੀਆ ਖੇਤਰ 'ਚ ਉਹ ਸ਼ਾਂਤੀ ਅਤੇ ਸਹਿਯੋਗ ਦਾ ਵਾਤਾਵਰਨ ਬਣਾਉਣਾ ਚਾਹੁੰਦਾ ਹੈ ਡੰਡੀ। ਉਹਨਾਂ ਕੋਲੋਂ ਕੋਈ ਪੁੱਛੇ ਕਿ ਫਿਰ ਕਸ਼ਮੀਰ ਨੂੰ ਹਥਿਆਉਣ ਦੀ ਮਾਲਾ ਤੁਸੀਂ ਕਿਉਂ ਜਪਦੇ ਰਹਿੰਦੇ ਹੋ? ਪ੍ਰਸ਼ਨ ਚਿੰਨ੍ਹ। ਲਾਵਰੋਵ ਨੇ ਆਰਥਿਕ, ਸਿਆਸੀ ਅਤੇ ਜੰਗੀ ਮਾਮਲਿਆਂ 'ਚ ਪਾਕਿਸਤਾਨ ਨੂੰ ਮੁਕੰਮਲ ਸਹਿਯੋਗ ਦਾ ਵਾਅਦਾ ਕੀਤਾ ਹੈ ਡੰਡੀ। ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਹੋਣ ਦੇ ਨਾਤੇ ਹੁਣ ਰੂਸ ਚਾਹੇਗਾ ਕਿ ਪਾਕਿਸਤਾਨ ਨੂੰ ਰੂਸ ਅਤੇ ਚੀਨ ਦੀਆਂ ਗਲਵੱਕੜੀਆਂ 'ਚ ਲਪੇਟ ਲਿਆ ਜਾਵੇ ਅਤੇ ਅਫਗਾਨਿਸਤਾਨ ਅਤੇ ਈਰਾਨ ਨੂੰ ਵੀ ਡੰਡੀ। ਈਰਾਨ ਦੇ ਨਾਲ ਚੀਨ ਦਾ 25 ਸਾਲਾ ਸਮਝੌਤਾ ਹੋ ਹੀ ਚੁੱਕਾ ਹੈ ਡੰਡੀ। ਇਹ ਅਣਐਲਾਨਿਆ ਗੱਠਜੋੜ ਦੱਖਣੀ ਏਸ਼ੀਆ 'ਚ ਅਮਰੀਕੀ ਰਣਨੀਤੀ ਦੀ ਕਾਟ ਕਰੇਗਾ ਡੰਡੀ। ਏਸ਼ੀਆਈ ਨਾਟੋ ਦੀ ਟੱਕਰ 'ਚ ਹੁਣ ਏਸ਼ੀਆਈ ਵਾਰਸਾ ਪੈਕਟ ਦੀ ਨੀਂਹ ਰੱਖੀ ਜਾ ਰਹੀ ਹੈ ਡੰਡੀ। ਭਾਰਤ ਤੋਂ ਆਸ ਇਹੀ ਹੈ ਕਿ ਉਹ ਦੋਵਾਂ ਅਣਐਲਾਨੇ ਗੱਠਜੋੜਾਂ ਤੋਂ ਖੁਦ ਨੂੰ ਮੁਕਤ ਰੱਖੇਗਾ ਡੰਡੀ। ਸਟਾਰਟ। ਡਰਾਈਵਰ
ਭਾਈ ਸਾਹਿਬ ਤਾਂ ਪੂਰਾ ਬੋਂਦਲਿਆ ਪਿਆ ਸੀ ਡੰਡੀ, ਉਸ ਦੇ ਖਾਨੇ ਹੀ ਨਹੀਂ ਸੀ ਪੈ ਰਹੀ। ਇਹ ਗੱਲ ਹੋ ਕੀ ਰਹੀ ਹੈ ਤੇ ਹੈਪੀ ਦੀ ਮੰਮੀ ਪੁੱਛ ਕੀ ਰਹੀ ਏ ਤੇ ਦੱਸ ਕੀ ਰਹੀ ਏ ਡੰਡੀ। ਡਰਾਈਵਰ ਨੂੰ ਇੰਜ ਬੋਂਦਲਿਆ ਜਿਹਾ ਵੇਖ ਕੇ ਕੰਡਕਟਰ ਨੇ ਰਗੜ ਕੇ ਪੰਜੀਰੀ ਬਣਾਇਆ ਜਰਦਾ ਮੂੰਹ ਵਿੱਚ ਪਾਇਆ, ਤਾਕੀ ਤੋਂ ਬਾਹਰ ਥੁੱਕ ਕੇ ਡਰਾਈਵਰ ਵੱਲ ਨੂੰ ਤੁਰਦਾ ਹੋਇਆ ਬੋਲਿਆ, ਉਹ ਬਈ ਇਹ ਬੀਬੀ ਤਾਂ ਉਹ ਔਰਤਾਂ ਦੀ ਟਿਕਟ ਨਾ ਲੱਗਣ ਵਾਲੇ ਫੈਸਲੇ ਵਾਲਾ ਕਜੀਆ ਪਾਈ ਬੈਠੀ ਏ। ਸਰਕਾਰ ਅੱਡ ਸਾਡੇ ਲਈ ਨਿੱਤ ਟੋਏ ਪੁੱਟਦੀ ਰਹਿੰਦੀ ਹੈ ਡੰਡੀ। ਨਾ ਮੈਂ ਕਾਹਦਾ ਕਜੀਆ ਪਾ ਲਿਆ? ਸਿੱਧੇ ਮੂੰਹ ਨਾਲ ਪੁੱਛਿਆ। ਸਿੱਧੇ ਮੂੰਹ ਨਾਲ ਦੱਸ ਦਿਓ, ਤੁਸੀਂ ਤਾਂ ਇੰਜ ਸੂਈ ਕੁੱਤੀ ਵਾਂਗ ਪੈ ਗਏ ਜਿਵੇਂ ਤੁਹਾਡੀਆਂ ਜੇਬਾਂ ਉੱਤੇ ਡਾਕਾ ਵੱਜਣਾ ਹੁੰਦਾ ਡੰਡੀ। ਕੰਡਕਟਰ ਨੇ ਹੈਪੀ ਦੀ ਮੰਮੀ ਦਾ ਚੜ੍ਹਿਆ ਸੁਰ ਪਛਾਣ ਕੇ ਉਸਨੂੰ ਰਤਾ ਠੰਡਾ ਕਰਨ ਦੀ ਮਨਸ਼ਾ ਨਾਲ ਕਿਹਾ, ਉਹ ਬੀਬੀ ਜੀ ਪੜ੍ਹੀ ਲਿਖੀ ਲੱਗਦੀ ਏ ਤੇ ਸਿਆਣੀ ਵੀ, ਪਰ ਕਮਾਲ ਏ ਬਈ ਅਜੇ ਵੀ ਸਰਕਾਰੀ ਲੱਛਿਆਂ ਵਿੱਚ ਉਲਝੀ ਜਾ ਰਹੀ ਏ ਡੰਡੀ। ਲੈ ਲੱਛੇ ਕਾਦੇ, ਜਦ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਐਲਾਨ ਕਰਿਆ। ਐਲਾਨ ਤਾਂ ਇਹ ਵੀ ਹੋਏ ਕਿ ਪੈਟਰੋਲ ਡੀਜ਼ਲ ਸਿਲੰਡਰ ਸਸਤਾ ਹੋ ਕੇ ਹੋ ਗਿਆ। ਕੰਡਕਟਰ ਵੀ ਕੋਈ ਬੱਗੇ ਕਾਂ ਵੇਲਿਆਂ ਦਾ ਕਾਮਰੇਡ ਲੱਗਦਾ ਸੀ, ਜਿਹੜਾ ਹੈਪੀ ਦੀ ਮੰਮੀ ਨੂੰ ਇਹ ਗੱਲ ਦੱਸਦਾ ਢਾਕ ਉੱਤੇ ਹੱਥ ਧਰ ਕੇ ਖੜਾ ਹੋ ਗਿਆ ਡੰਡੀ। ਕੰਡਕਟਰ ਦੀ ਧੂਆਂਧਾਰ ਤਕਰੀਰ ਨੇ ਹੈਪੀ ਦੀ ਮੰਮੀ ਦੀ ਬੋਲਤੀ ਨੂੰ ਇੱਕ ਵਾਰ ਤਾਂ ਬ੍ਰੇਕ ਲਗਾ ਹੀ ਦਿੱਤੀ ਡੰਡੀ। ਇਸੇ ਦੌਰਾਨ ਡਰਾਈਵਰ ਦੇ ਵੀ ਹਿਸਾਬ ਜਿਹੇ ਵਿੱਚ ਆ ਗਈ ਗੱਲ। ਬਈ ਗੱਲ ਕੀ ਸੀ? ਉਹ ਵੀ ਤੱਤਾ ਜਿਹਾ ਹੋ ਕੇ ਕਹਿੰਦਾ, ਵੇਖ ਬੀਬੀ ਜੀ, ਰੋਡਵੇਜ ਦਾ ਤਾਂ ਪਹਿਲਾਂ ਹੀ ਮਾੜਾ ਹਾਲ ਏ। ਅੱਖੇ ਆ ਗਈ ਰੋਡਵੇਜ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਡੰਡੀ। ਰੋਡਵੇਜ ਦੇ ਤਾਂ ਆਪਣੇ ਗੋਡਿਆਂ ਦਾ ਗਰੀਸ ਮੁੱਕਿਆ ਪਿਆ ਡੰਡੀ। ਸਰਕਾਰ ਨੇ ਇਸ ਦੇ ਗੋਡੇ ਤਾਂ ਕੀ ਬਦਲਾਉਣੇ ਆ, ਪੁੱਠਾ ਹੋਰ ਜੂੜ ਪਾਉਣ ਨੂੰ ਫਿਰਦੇ ਆ। ਇਸ ਦੇ ਪੈਰਾਂ ਵਿੱਚ, ਮੇਰਾ ਮਤਲਬ ਟਾਇਰਾਂ ਵਿੱਚ ਡੰਡੀ। ਉਹ ਬੀਬੀ ਕਾਹਨੂੰ ਇੰਜ ਹਰ ਵਾਰ ਸਰਕਾਰ ਦੇ ਮੂਹਰੇ ਝੋਲੀ ਚੱਕ ਕੇ ਖੜ ਜਾਂਦੇ? ਉਹ ਥੋੜੇ ਕੋਲ ਦੇਣ ਨੂੰ ਕਿਰਾਇਆ ਹੀ ਨਹੀਂ ਜੇ ਹੈਗਾ ਤਾਂ ਫਿਰ ਕਿਉਂ ਸਰਕਾਰ ਦੇ ਮੂੰਹ ਵੱਲ ਝਾਕਦੇ? ਉਹ ਜੇ ਕਿਰਾਇਆ ਹੈ ਤਾਂ ਫਿਰ ਸਰਕਾਰ ਤੋਂ ਕੰਮ ਮੰਗੋ, ਜਿਹਦੇ ਨਾਲ ਤੁਸੀਂ ਹੱਕ ਹਲਾਲ ਦੀ ਕਮਾਈ ਕਰ ਸਕੋ ਡੰਡੀ। ਕਹਿੰਦੇ ਜਿਹਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ ਡੰਡੀ। ਜਦ ਜੇਬ ਵਿੱਚ ਕਿਰਾਇਆ ਹੋਇਆ, ਫਿਰ ਭਾਵੇਂ ਰੋਡਵੇਜ ਚੜ੍ਹੋ, ਭਾਵੇਂ ਰੇਲ ਗੱਡੀ ਵਿੱਚ ਜਾਓ, ਭਾਵੇਂ ਗੱਡੀ ਆਪਣੀ ਵਿੱਚ ਜਾਓ ਡੰਡੀ। ਆ ਫਿਲਮੀ ਅਦਾਕਾਰਾਂ ਵੇਖ ਲਓ, ਕਦੇ ਵੇਖੀਆਂ ਬੱਸਾਂ ਵਿੱਚ ਚੜ੍ਹਦੀਆਂ ਨਹੀਂ ਵੇਖੀਆਂ ਬੀਬੀ ਅਦਾਕਾਰਾ ਬਣ ਭਰੂਪਣ ਨਾ ਬਣ ਡੰਡੀ। ਡਰਾਈਵਰ ਕੰਡਕਟਰ ਦੇ ਅਜੀਬ ਜਿਹੇ ਤਰਕ ਸੁਣ ਕੇ ਹੈਪੀ ਦੀ ਮੰਮੀ ਦਾ ਤਾਂ ਮੂੰਹ ਹੀ ਉਤਰ ਗਿਆ ਡੰਡੀ। ਉਹ ਉਤਰੇ ਮੂੰਹ ਨਾਲ ਬੱਸ ਵਿੱਚੋਂ ਉਤਰਨ ਹੀ ਲੱਗੀ ਸੀ ਕਿ ਡਰਾਈਵਰ ਨੇ ਆਵਾਜ਼ ਮਾਰ ਕੇ ਕਿਹਾ, ਉਂਝ ਬੀਬੀ ਤੂੰ ਜਾਣਾ ਕਿੱਥੇ ਸੀ ਡੰਡੀ? ਮੈਂ ਕਿਹੜਾ ਵਲੈਤ ਜਾਣਾ ਸੋਚਿਆ ਸੀ ਬਈ, ਕਿਰਾਇਆ ਮਾਫ ਕਰਤਾ ਸਰਕਾਰ ਨੇ, ਚੱਲ ਬੱਸ ਦਾ ਮੁਫਤ ਝੂਟਾ ਹੀ ਲੈ ਆਵਾਂ ਡੰਡੀ। ਅੱਛਾ, ਮਤਲਬ ਕੰਮ ਕੋਈ ਨਹੀਂ, ਜਾਣਾ ਵੀ ਕਿਤੇ ਨਹੀਂ, ਬਸ ਉਂਝ ਹੀ ਸਰਕਾਰ ਨੂੰ ਟੈਸਟਰ ਲਾ ਚੈੱਕ ਕਰਦੀ ਫਿਰਦੀ ਏ ਕਿ ਬਈ ਤਾਰਾਂ ਵਿੱਚ ਕਰੰਟ ਹੈਗਾ ਵੀ ਆ
ਕਿ ਨਹੀਂ ਡੰਡੀ। ਕੰਡਕਟਰ ਨੇ ਆ ਗੱਲ ਕਹਿ ਦਿੱਤੀ। ਹੈਪੀ ਦੀ ਮੰਮੀ ਦਾ ਲਾਲ ਹੋਇਆ ਚਿਹਰਾ ਵੇਖ ਕੇ ਉਹਦੇ ਮੂੰਹ ਦਾ ਰੰਗ ਇਉਂ ਉੱਡ ਗਿਆ ਜਿਵੇਂ ਉਸਨੇ ਟਰਾਂਸਫਾਰਮਰ ਦੀਆਂ ਨੰਗੀਆਂ ਤਾਰਾਂ ਨੂੰ ਪੁੱਠਾ ਹੱਥ ਲਗਾ ਕੇ ਕਰੰਟ ਚੈੱਕ ਕਰ ਲਿਆ ਹੋਵੇ ਡੰਡੀ। ਤੁਰੰਤ ਹੀ ਡਰਾਈਵਰ ਨੇ ਗੱਲ ਸਾਂਭੀ। ਆ ਜਾ ਬੀਬੀ, ਬਹਿ ਜਾ, ਚੱਲ ਵੜ, ਜਿੱਥੇ ਵੀ ਜਾਣਾ, ਨਹੀਂ ਲੈਂਦੇ ਤੈਥੋਂ ਕਿਰਾਇਆ ਡੰਡੀ। ਡਰਾਈਵਰ ਨੇ ਰਾਜਿਆਂ ਵਾਲੀ ਫੀਲਿੰਗ ਜਹੀ ਲੈਂਦਿਆਂ ਤੇ ਦਿੰਦਿਆਂ ਕਿਹਾ, ਜਿਸ ਨੂੰ ਸੁਣ ਕੇ ਹੈਪੀ ਦੀ ਮੰਮੀ ਦਾ ਉਤਰਿਆ ਚਿਹਰਾ ਮੁੜ ਖਿੜ ਗਿਆ ਤੇ ਉਹ ਤਿੰਨਾਂ ਵਾਲੀ ਸੀਟ ਉੱਤੇ ਜਾ ਕੇ ਮਹਾਰਾਜਿਆਂ ਵਾਂਗ ਵਿਛ ਗਈ ਡੰਡੀ। ਕੰਡਕਟਰ ਡਰਾਈਵਰ ਉੱਤੇ ਚੜ੍ਹ ਗਿਆ। ਦਬਵੀਂ ਜਹੀ ਸੁਰ ਵਿੱਚ ਕਹਿੰਦਾ, ਲੈ ਆ ਕੀ ਗੱਲ ਬਣੀ, ਬਿਨਾਂ ਕਿਰਾਏ ਤੋਂ ਕਿਵੇਂ ਲੈ ਜਾਈਏ ਜੇ ਚੈਕਿੰਗ ਹੋ ਗਈ। ਰਾਹ ਵਿੱਚ ਡਰਾਈਵਰ ਨੇ ਵੀ ਦਬਵੀਂ ਆਵਾਜ਼ ਵਿੱਚ ਕਿਹਾ, ਫਿਰ ਆਪਾਂ ਨੂੰ ਕੀ ਕਹਿ ਦਿਆਂਗੇ ਬਈ, ਬਥੇਰਾ ਕਿਹਾ ਟਿਕਟ ਕਟਾ ਲਓ, ਪਰ ਕਹਿੰਦੀ ਬਈ ਸਰਕਾਰ ਨੇ ਕਿਹਾ ਔਰਤਾਂ ਦੀ ਟਿਕਟ ਲੱਗਦੀ ਹੀ ਨਹੀਂ ਡੰਡੀ। ਉਹ ਮੁੜ ਕੇ ਆਪੇ ਨਿਬੜ ਲੈਣਗੇ ਡੰਡੀ। ਬਾਕੀ ਇਸ ਨੂੰ ਜਿੱਥੇ ਤਾਰਾਂਗੇ ਉੱਥੋਂ ਜਦੋਂ ਮੁੜਦੀ ਬੱਸ ਕਿਰਾਇਆ ਲਗਾ ਕੇ ਆਉਣਾ ਪਊ, ਇਸ ਨੂੰ ਆਪੇ ਪਤਾ ਲੱਗੂ ਡੰਡੀ। ਇੰਨਾ ਆਖ ਕੇ ਡਰਾਈਵਰ ਨੇ ਖਚਰਾ ਜਿਹਾ ਹੱਸਦਿਆਂ ਬੱਸ ਦੀ ਸੈਲਫ ਮਾਰ ਦਿੱਤੀ ਤੇ ਕੰਡਕਟਰ ਨੇ ਵੀ ਲੰਮੀ ਸੀਟੀ ਮਾਰ ਕੇ ਸਰਕਾਰੀ ਜਹਾਜ਼ ਦਰਿਆ ਵਿੱਚ ਰੋੜਨ ਲਈ ਹਰੀ ਝੰਡੀ ਦੇ ਦਿੱਤੀ ਡੰਡੀ। ਪੰਜਾਬ ਰੋਡਵੇਜ਼ ਵਿੱਚ ਹੈਪੀ ਦੀ ਮੰਮੀ ਫਰੀ ਝੂਟੀ ਦਾ ਮਜ਼ਾ ਲੈਂਦਿਆਂ ਤੇ ਪੰਜਾਬ ਸਰਕਾਰ ਦੇ ਗੁਣ ਗਾਉਂਦੀ ਹੋਈ ਇਉਂ ਲੋਟ ਜਿਹੇ ਹੋ ਕੇ ਬਹਿ ਗਈ ਜਿਵੇਂ ਉਹ ਰੋਡ ਵਿੱਚ ਨਹੀਂ, ਟਾਈਟੈਨਿਕ ਜਹਾਜ਼ ਵਿੱਚ ਬਹਿ ਕੇ ਲੰਡਨ ਨੂੰ ਚੱਲੀ ਹੋਵੇ ਡੰਡੀ।